ਕਿ ਹੁਣ ਸਰਕਾਰ ਗੁਰਦੁਆਰਿਆਂ ਦੇ ਵਿੱਚ ਇਹ ਤੈਅ ਕਰੇਗੀ ਕਿਸ ਵਿਅਕਤੀ ਨੂੰ ਲਗਾਉਣਾ ਕਿਸ ਵਿਅਕਤੀ ਨੂੰ ਨਹੀਂ ਲਗਾਉਣਾ, ਕਿ ਕੋਈ ਮਰਿਆਦਾ ਹੈਗੀ ਹੈ। ਪਰ ਹੁਣ ਤੁਸੀਂ ਇੱਕ ਕਲੈਕਟਰ ਨੂੰ ਜਿਹੜਾ ਕਿ ਸਾਬਤ ਸੂਰਤ ਨਹੀਂ ਹੈ ਤੇ ਕੁਝ ਨਹੀਂ ਹੈ ਤੇ ਉਹਨੂੰ ਤੁਸੀਂ ਪ੍ਰਧਾਨ ਲਾਉਣਾ, ਇਹ ਬਿਲਕੁਲ ਜਿਹਨੂੰ ਕਹਿੰਦੇ ਨੇ ਸਾਡੇ ਨਾਲ ਨਾ ਮਜ਼ਾਕ ਵਾਲੀ ਗੱਲ ਕੀਤੀ ਹੈ। ਜੇ ਇਸ ਤਰੀਕੇ ਦੇ ਨਾਲ ਗੁਰਦੁਆਰਿਆਂ ਵਿੱਚ ਸਰਕਾਰ ਇੰਟਰਫੇਅਰ ਕਰੇਗੀ, ਆਪਣੇ ਫੈਸਲੇ ਥੋਪੇਗੀ ਕਿੰਨੇ ਪ੍ਰਧਾਨ ਲੱਗਣਾ ਕਿੰਨੇ ਨਹੀਂ ਲੱਗਣਾ, ਫਿਰ ਤਾਂ ਬੜਾ ਕੁਝ ਬਦਲਿਆ ਜਾ ਸਕਦਾ ਕੱਲ ਨੂੰ ਗੁਰਦੁਆਰਿਆਂ ਵਿੱਚ। ਅਗਰ ਤੁਸੀਂ ਕੰਪਰੋਮਾਈਜ਼ ਹੀ ਕਰਨਾ ਤਾਂ ਫਿਰ ਤੁਸੀਂ ਸੇਵਾ ਨਾ ਕਰੋ, ਬਟ ਤੁਸੀਂ ਆਪਣੀ ਚੌਧਰਪਣ ਵੀ ਬਣਾਉਣਾ ਚਾਹੁੰਦੇ ਹੋ ਕਿ ਜੀ ਅਸੀਂ ਬੋਰਡ ਦੇ ਮੈਂਬਰ ਵੀ ਹੈਗੇ, ਬਟ ਤੁਸੀਂ ਸਿਧਾਂਤ ਉੱਤੇ ਤੁਸੀਂ ਕੰਪਰੋਮਾਈਜ਼ ਵੀ ਕਰ ਦਿਓਗੇ। ਭਾਜਪਾ ਇਸ ਨੂੰ ਠੀਕ ਮੰਨਦੀ ਹੈ। ਲਾਲਪੁਰਾ ਸਾਹਿਬ ਕਹਿੰਦੇ ਪਏ ਸੀ ਕਿ ਜੇ ਲਗਾ ਹੀ ਦਿੱਤਾ ਕਿੱਡੀ ਕੁ ਵੱਡੀ ਗੱਲ ਹੈ, ਉਹ ਪਰਮਾਨੈਂਟ ਨਹੀਂ ਹੈ, ਉਹ ਕੁਝ ਸਮੇਂ ਵਾਸਤੇ ਨੇ ਹਟਾ ਦਿੱਤੇ ਜਾਣਗੇ। ਕਿਉਂਕਿ ਭਾਜਪਾ ਦੇ ਹੈਗੇ ਉੱਥੇ ਸਰਕਾਰ ਵੀ ਜਿਹੜੀ ਹੈਗੀ ਮਹਾਰਾਸ਼ਟਰ ਦੀ ਉਹ ਕਿਹਦੀ ਹੈਗੀ, ਤਾਂ ਤੁਸੀਂ ਉਹ ਡਬਲ ਇੰਜਨ ਵਾਲੀ ਜਿਹੜੀ ਗੱਲ ਆਪਾਂ ਕਰਦੇ ਆ ਤਾਂ ਉਹੀ ਤਾਂ ਗੱਲ ਹੈਗੀ। ਤਾਂ ਤੁਸੀਂ ਹੁਣ ਅਗਰ ਉਹਨਾਂ ਨੇ ਕਰਤਾ ਤੇ ਉਹ ਤਾਂ ਡਿਫੈਂਡ ਕਰਨਗੇ। ਕੱਲ ਨੂੰ ਭਾਜਪਾ ਪੰਜਾਬ ਵਿੱਚ ਬਣ ਜਾਂਦੀ ਹੈ, ਐਸਜੀਪੀਸੀ ਦਾ ਜੇ ਨਿਯਮ ਬਦਲ ਦਿੱਤੇ ਗਏ ਫਿਰ ਕੀ ਕਰੋਗੇ? ਇੰਨੀ ਹਨੇਰਗਰਦੀ ਜਿਹੜੀ ਹੈ ਉਹ ਫਿਰ ਸਿੱਖ ਸਹਿਗਾ ਵੀ ਨਹੀਂ। ਉੱਥੇ ਕਿਉਂ ਸਹਿ ਰਹੇ ਨੇ? ਕਿਉਂਕਿ ਉੱਥੇ ਵਿਚਾਰੇ ਮਾਈਨੋਰਿਟੀਜ਼ ਨੇ। ਕਿ ਹਜੂਰ ਸਾਹਿਬ ਦੇ ਵਿੱਚ ਜੋ ਪ੍ਰਬੰਧਕ ਕਮੇਟੀ ਹੈਗੀ ਆ ਜਾਂ ਬੋਰਡ ਬਣਿਆ, ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਨੇ ਖੁਦ ਸਰੋਪੇ ਪਾਤੇ ਉਹਨਾਂ ਦੇ ਗੱਲ ਵਿੱਚ। ਆਪਣੇ ਪੈਰ ਤੇ ਅਸੀਂ ਆਪ ਘੁਲਾੜੀਆਂ ਮਾਰੀਆਂ ਹੋਈਆਂ ਨੇ ਜਦੋਂ ਅਸੀਂ ਇਹੋ ਜਿਹੇ ਐਕਟ ਇਹੋ ਜਿਹੇ ਬੋਰਡ ਦੀਆਂ ਕਨਸਟੀਟਿਊਸ਼ਨਸ ਅਸੀਂ ਉਹਨਾਂ ਨੂੰ ਪਹਿਲ ਦੇ ਦਿੱਤੀ ਜਾਂ ਉਹਨਾਂ ਨੂੰ ਸਵੀਕਾਰ ਕਰ ਲਿਆ। ਜੇ ਤਾਂ ਉੱਥੇ ਐਸਜੀਪੀਸੀ ਦੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਜਾ ਕੇ ਸਰੋਪਾ ਪਾਇਆ ਤੇ ਫਿਰ ਤਾਂ ਮੈਂ ਧਾਮੀ ਜੀ ਨੂੰ ਪੁੱਛਾਂਗਾ ਕਿ ਵੀ ਦੱਸ ਤੇਰੇ ਬੰਦਿਆਂ ਨੇ ਉੱਥੇ। ਪਿਛਲੇ ਦਿਨਾਂ ਦੇ ਵਿੱਚ ਨੰਦੇੜ ਸਾਹਿਬ ਗੁਰਦੁਆਰਾ ਕਮੇਟੀ ਵੱਲੋਂ ਦਾੜੀ ਕੱਟ ਵਿਅਕਤੀ ਨੂੰ ਅਭਿਜੀਤ ਰੋਤ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ, ਜਿਸ ਵਿੱਚ ਸਖਤ ਰੋਸ ਪ੍ਰਗਟਾਇਆ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਵੱਲੋਂ ਕਿ ਇਸ ਤਰੀਕੇ ਨਾਲ ਪ੍ਰਧਾਨ ਲਾਣਾ ਬਿਲਕੁਲ ਸਹੀ ਹੈ। ਕਿ ਪ੍ਰਧਾਨ ਜੋ ਹੈ ਜੇ ਸਰਕਾਰ ਨੇ ਲਗਾਇਆ ਕਿ ਹੁਣ ਸਰਕਾਰ ਜੋ ਹੈ ਉਹ ਗੁਰਦੁਆਰਿਆਂ ਵਿੱਚ ਵੀ ਇੰਟਰਫੇਅਰ ਕਰੇਗੀ। ਚਰਚਾ ਚਾਹੇ ਇੱਥੋਂ ਦੀ ਐਸਜੀਪੀਸੀ ਦੀ ਕਰ ਲਈਏ, ਜਦੋਂ ਭਗਵੰਤ ਮਾਨ ਸਾਹਿਬ ਮਤਾ ਲੈ ਕੇ ਆਉਂਦੇ ਨੇ ਟੀਵੀ ਚੈਨਲ ਨੂੰ ਲੈ ਕੇ, ਤਾਂ ਹੁਣ ਦੂਜੇ ਪਾਸੇ ਮਹਾਰਾਸ਼ਟਰ ਵਿੱਚ ਇਹ ਹੋਇਆ ਹੈ। ਮੌਜੂਦਾ ਕਲੈਕਟਰ ਨੇ ਅਭਿਜੀਤ ਰੋਤ, ਤਸਵੀਰ ਵਾਇਰਲ ਹੁੰਦੀ ਹੈ, ਉਸ ਤੋਂ ਬਾਅਦ ਲਗਾਤਾਰ ਵਿਰੋਧ ਵੱਧ ਰਿਹਾ। ਐਸਜੀਪੀਸੀ ਦੇ ਪ੍ਰਧਾਨ ਹਰਜੀਤ ਸਿੰਘ ਧਾਮੀ ਵੀ ਕਹਿੰਦੇ ਨੇ ਕਿ ਇਹ ਬਿਲਕੁਲ ਗਲਤ ਕੀਤਾ ਗਿਆ, ਇੱਕ ਦਾੜੀ ਕੱਟ ਵਿਅਕਤੀ ਨੂੰ ਕਿਉਂ ਪ੍ਰਧਾਨ ਲਗਾਇਆ ਗਿਆ। ਚਰਚਾ ਕਰਾਂਗੇ, ਸਾਡੇ ਨਾਲ ਮੌਜੂਦ ਨੇ ਸਿੱਖ ਬੁੱਧੀਜੀਵੀ ਗੁਰਪ੍ਰੀਤ ਸਿੰਘ, ਔਰ ਇਹ ਵੀ ਚਰਚਾ ਕਰਾਂਗੇ ਕਿ ਕਿਸ ਹੱਦ ਤੱਕ ਸਰਕਾਰ ਜੋ ਹੈ ਉਹ ਗੁਰਦੁਆਰਿਆਂ ਦੇ ਵਿੱਚ ਇੰਟਰਫੇਅਰ ਕਰ ਸਕਦੀ ਹੈ। ਗੁਰਪ੍ਰੀਤ ਨਾਲ ਆਪਾਂ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿ ਹੁਣ ਸਰਕਾਰ ਗੁਰਦੁਆਰਿਆਂ ਦੇ ਵਿੱਚ ਇਹ ਤੈਅ ਕਰੇਗੀ ਕਿਸ ਵਿਅਕਤੀ ਨੂੰ ਲਗਾਉਣਾ ਕਿਸ ਵਿਅਕਤੀ ਨੂੰ ਨਹੀਂ ਲਗਾਉਣਾ, ਕਿ ਕੋਈ ਮਰਿਆਦਾ ਹੈਗੀ ਹੈ? ਦੇਖੋ ਸਾਡੀ ਬਦਕਿਸਮਤੀ ਹੈ ਕਿ ਸਾਡਾ ਜਿਹੜਾ ਐਕਟ ਹੈ ਐਸਜੀਪੀਸੀ ਦਾ ਤੁਸੀਂ ਲੈ ਲਓ ਭਾਵੇਂ, ਉਹ ਵੀ ਸਰਕਾਰ ਸੈਂਟਰਲ ਸਰਕਾਰ ਕੋਲ ਹੈ, ਠੀਕ ਹੈ ਨਾ। ਉਹ ਡਿਸਾਈਡ ਕਰਦੇ ਨੇ ਕਿ ਵੀ ਇਹਦੇ ਇਲੈਕਸ਼ਨ ਕਦੋਂ ਹੋਣੀ ਹੈ, ਕੀ ਹੋਣਾ ਹੈ। ਉੱਥੇ ਵੀ ਜਦੋਂ ਐਸਜੀਪੀਸੀ ਦਾ ਹਾਊਸ ਕੰਸਟੀਟਿਊਟ ਹੁੰਦਾ ਹੈ, ਉੱਥੇ ਜਿਹੜਾ ਡੀਸੀ ਅੰਮ੍ਰਿਤਸਰ ਹੈ ਉਹ ਪਹਿਲਾਂ ਪ੍ਰੈਜ਼ਾਈਡ ਕਰਦਾ ਹੈ, ਠੀਕ ਹੈ ਨਾ। ਸੋ ਸਰਕਾਰ ਦਾ ਇਨਡਾਇਰੈਕਟਲੀ ਇਹਦੇ ਵਿੱਚ ਦਖਲ ਅੰਦਾਜ਼ੀ ਹੈ। ਸੋ ਇਹ ਜਿਹੜੀ ਗੱਲ ਹੈ ਇਹ ਸਾਡੀ, ਮੈਂ ਕਹਿੰਦਾ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਵੀ ਸੈਂਟਰਲ ਦੀ ਸਰਕਾਰ ਜਾਂ ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਸਟੇਟ ਦੀ ਸਰਕਾਰ, ਜਿੱਦਾਂ ਹਜ਼ੂਰ ਸਾਹਿਬ ਦਾ ਬੋਰਡ ਹੈਗਾ ਤੇ ਉੱਥੇ ਵਿੱਚ ਸਟੇਟ ਦੀ ਸਰਕਾਰ ਦਖਲ ਅੰਦਾਜ਼ੀ ਕਰ ਰਹੀ ਹੈ। ਉਹ ਵੀ ਨਹੀਂ ਹੋਣਾ ਚਾਹੀਦਾ। ਸੋ ਇਹ ਤੇ ਦੇਖੋ ਅਸੀਂ ਆਪਣੇ ਪੈਰ ਤੇ ਅਸੀਂ ਆਪ ਘੁਲਾੜੀਆਂ ਮਾਰੀਆਂ ਹੋਈਆਂ ਨੇ ਜਦੋਂ ਅਸੀਂ ਇਹੋ ਜਿਹੇ ਐਕਟ ਇਹੋ ਜਿਹੇ ਬੋਰਡ ਦੀਆਂ ਕਨਸਟੀਟਿਊਸ਼ਨਸ ਅਸੀਂ ਉਹਨਾਂ ਨੂੰ ਪਹਿਲ ਦੇ ਦਿੱਤੀ ਜਾਂ ਉਹਨਾਂ ਨੂੰ ਸਵੀਕਾਰ ਕਰ ਲਿਆ। ਇਹ ਹੋ ਕਿੱਦਾਂ ਗਿਆ ਸਰ? ਇੱਕ ਦਾੜੀ ਕੱਟ ਵਿਅਕਤੀ ਪ੍ਰਧਾਨ ਬਣ ਕਿਵੇਂ ਗਿਆ? ਕਿ ਉੱਥੋਂ ਦਾ ਜੋ ਪ੍ਰਬੰਧ ਸੀ ਉਸ ਦਾ ਢਾਂਚਾ ਜੋ ਸੀ ਉਹ ਤੋੜ ਦਿੱਤਾ ਗਿਆ ਸੀ? ਦੇਖੋ ਉਹਨਾਂ ਦੇ ਜਿਹੜੀ ਕਨਸਟੀਟਿਊਟਡ ਸੀਗੀ ਆਪਣਾ ਬੋਰਡ ਸੀਗਾ ਉਹ ਪਿਛਲੇ ਮਾਰਚ 22 ਚ ਉਹ ਮਤਲਬ ਖਤਮ ਹੋ ਗਿਆ ਸੀਗਾ। ਤੇ ਇਲੈਕਸ਼ਨ ਕਰਾਉਣ ਦੀ ਬਜਾਏ ਉਹਨਾਂ ਨੇ ਉਸ ਟਾਈਮ ਪਸੀਚਾ ਨੂੰ ਆਪਣਾ ਉੱਥੇ ਦਾ ਪ੍ਰਧਾਨ ਨਿਯੁਕਤ ਕਰਤਾ, ਠੀਕ ਹੈ ਨਾ। ਉਹਦਾ ਜਿਹਦਾ ਟਰਮ ਹੁਣ 31 ਜੁਲਾਈ ਨੂੰ ਖਤਮ ਹੋ ਗਿਆ। ਚਲੋ ਪਸਰੀਚਾ ਐਟਲੀਸਟ ਇੱਕ ਸਾਬਤ ਸੂਰਤ ਸਿੱਖ ਤਾਂ ਹੈਗਾ, ਸੋ ਐਟਲੀਸਟ ਉਹਨੂੰ ਮਤਲਬ ਚਲੋ ਉਸ ਕਰਨੇ ਉੱਤੇ ਆਪਾਂ ਕਹਿੰਦੇ ਹਾਂ ਕਿ ਵੀ ਆਹ ਸਿੱਖ ਸੰਸਥਾ ਹੈਗੀ, ਇੱਕ ਸਿੱਖ ਇੰਸਟੀਟਿਊਸ਼ਨ ਹੈ, ਇਹ ਤਖਤ ਸਾਹਿਬ ਨੇ, ਉੱਥੇ ਚਲੋ ਇੱਕ ਸਿੱਖ ਨੂੰ ਤੁਸੀਂ ਪ੍ਰਧਾਨ ਲਾਇਆ, ਚਲੋ ਸਿੱਖ ਕੌਮ ਨੇ ਬਰਦਾਸ਼ਤ ਕਰ ਲਿਆ। ਪਰ ਹੁਣ ਤੁਸੀਂ ਇੱਕ ਕਲੈਕਟਰ ਨੂੰ ਜਿਹੜਾ ਕਿ ਸਿੱਖ ਭੇਸ ਜਾਂ ਸਿੱਖ ਜਿਹੜੀਆਂ ਮਰਿਆਦਾ ਦੇ ਤਹਿਤ ਨਹੀਂ ਚੱਲਦਾ ਤੇ ਸਾਬਤ ਸੂਰਤ ਨਹੀਂ ਹੈ ਤੇ ਕੁਝ ਨਹੀਂ ਹੈ, ਤੇ ਉਹਨੂੰ ਤੁਸੀਂ ਪ੍ਰਧਾਨ ਲਾਉਣਾ, ਇਹ ਬਿਲਕੁਲ ਜਿਹਨੂੰ ਕਹਿੰਦੇ ਨੇ ਸਾਡੇ ਨਾਲ ਨਾ ਮਜ਼ਾਕ ਵਾਲੀ ਗੱਲ ਕੀਤੀ ਹੈ ਤੇ ਨਾ ਹੀ ਹੋਣੀ ਚਾਹੀਦੀ ਹੈ। ਦੇਖੋ ਮੈਂ ਜਿੱਥੇ ਮੈਂ ਕਹਿੰਦਾ ਕਿ ਗੁਰੂ ਸਾਹਿਬ ਦਾ ਜਿਹੜਾ ਪੰਥ ਹੈ, ਗੁਰੂ ਸਾਹਿਬ ਦਾ ਜਿਹੜਾ ਰਸਤਾ ਹੈ, ਉਹ 8 ਬਿਲੀਅਨ ਬੰਦਿਆਂ ਲਈ ਸਾਂਝਾ ਹੈ ਦੁਨੀਆ ਦੇ ਵਿੱਚ। ਪਰ ਜਦੋਂ ਆਪਾਂ ਗੱਲ ਕਰੀਏ ਸਿੱਖ ਇੰਸਟੀਟਿਊਸ਼ਨਸ ਦੀ, ਸਿੱਖ ਅਦਾਇਰਿਆਂ ਦੀ, ਉਹਦੇ ਵਿੱਚ ਜਿਹੜਾ ਹੈਗਾ ਉਹ ਫਿਰ ਉੱਥੇ ਤਾਂ ਤੁਹਾਨੂੰ ਜਿਹੜਾ ਕੋਈ ਮਤਲਬ ਜਿਹੜਾ ਇਹੋ ਜਿਹਾ ਵਿਅਕਤੀ ਜਿਹੜਾ ਕਿ ਸਾਬਤ ਸੂਰਤ ਸਿੱਖ ਨਾ ਹੋਵੇ, ਘੱਟੋ ਘੱਟ ਅੱਬਲ ਤੇ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ, ਉਹਨਾਂ ਨੂੰ ਹੀ ਉੱਥੇ
ਮਤਲਬ ਅਹੁਦੇ ਸੰਭਾਲਣੇ ਚਾਹੀਦੇ ਨੇ। ਸਰ ਲੋੜ ਕੀ ਪੈ ਗਈ ਅਧਿਕਾਰੀ ਨੂੰ ਲਗਾਉਣ ਦੀ, ਉਹ ਖਾਸ ਕਰਕੇ ਇੱਕ ਦਾੜੀ ਕੱਟ ਵਿਅਕਤੀ ਨੂੰ? ਕੀ ਸਰਕਾਰ ਨੇ ਇਸ ਵਿੱਚ ਇੰਟਰਫੇਅਰ ਕੀਤਾ ਹੈ? ਕੀ ਸਰਕਾਰ ਦੀ ਗਾਈਡਲਾਈਨ ਦੇ ਤਹਿਤ ਲਗਾਇਆ ਗਿਆ? ਜੇ ਲਗਾਇਆ ਗਿਆ ਤਾਂ ਕਿਉਂ? ਦੇਖੋ ਗੱਲ ਇੱਦਾਂ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਬੋਰਡ ਦੀ ਇਲੈਕਸ਼ਨ, ਇਹ ਬੋਰਡ ਖਤਮ ਹੋ ਗਿਆ ਸੀਗਾ 15 ਮਾਰਚ ਲਾਸਟ ਈਅਰ ਨੂੰ, ਠੀਕ ਹੈ ਨਾ, 22 ਚ। ਤੇ ਸਰਕਾਰ ਨੂੰ ਚਾਹੀਦਾ ਸੀਗਾ ਕਿ ਇਹਦੀ ਫਿਰ ਤੋਂ ਇਲੈਕਸ਼ਨ ਇਹਦਾ ਫਿਰ ਤੋਂ ਕਨਸਟੀਟਿਊਟ ਕਰ ਦਿੰਦੇ। ਇਹ ਬੋਰਡ 17 ਮੈਂਬਰਾਂ ਦਾ ਬੋਰਡ ਹੈਗਾ, 3 ਬੰਦੇ ਉੱਥੇ ਇਲੈਕਟ ਹੋ ਕੇ ਆਉਂਦੇ ਨੇ, ਬਾਕੀ ਕੁਝ SGPC ਦਾ ਆਪਣਾ ਚੀਫ ਖਾਲਸਾ ਦੀਵਾਨ, ਇਹ ਸਾਰੇ ਮਤਲਬ ਨੋਮੀਨੇਟ ਹੁੰਦੇ ਨੇ ਉੱਥੇ। ਸੋ ਤੁਸੀਂ ਉੱਥੇ ਬੋਰਡ ਨੂੰ ਕਨਸਟੀਟਿਊਟ ਕਰ ਦਿੰਦੇ। ਹੁਣ ਤੁਸੀਂ ਬੋਰਡ ਨੂੰ ਨਹੀਂ ਕਨਸਟੀਟਿਊਟ ਕੀਤਾ, ਬੋਰਡ ਦੀ ਜਿਹੜੀ ਮਿਆਰ ਹੈ ਉਹ ਖਤਮ ਹੋ ਗਈ। ਉਸ ਟਾਈਮ ਫਿਰ ਤੁਸੀਂ ਪ੍ਰੋਸੀਜਰ ਨੂੰ ਲਗਾਤਾ ਤੇ ਤੁਹਾਡੇ ਕੋਲ ਇੰਨਾ ਟਾਈਮ ਸੀਗਾ ਉਹ ਤੁਸੀਂ। ਸੋ ਮੇਰਾ ਕਹਿਣ ਦਾ ਮਤਲਬ ਹੈ ਇਹ ਸਾਰੀਆਂ ਜਿਹੜੀ ਚੀਜ਼ਾਂ ਨੇ ਨਾ, ਇਹਨਾਂ ਨੂੰ ਇੱਕ ਤਾਂ ਚਲੋ ਸਰਕਾਰ ਨੂੰ ਜਿਹੜਾ ਕੰਮ ਕਰਨਾ ਚਾਹੀਦਾ, ਇੱਕ ਉੱਥੇ ਜਦੋਂ ਮੈਂ ਕਹਿੰਦਾ ਕਿ ਵੀ ਸਾਡੇ ਵੀ ਸਿੱਖਾਂ 'ਚ ਹੋਣੀ ਚਾਹੀਦੀ ਗੱਲ ਕਿ ਆਪਾਂ ਇਕੱਠੇ ਹੋ ਕੇ ਇਸ ਚੀਜ਼ ਦੀ ਮੰਗ ਕਰੀਏ ਕਿ ਵੀ ਸਾਡੇ ਇਹ ਸਾਡਾ ਹੱਕ ਹੈਗਾ, ਸਾਡਾ ਬੋਰਡ ਕਿਉਂ ਨਹੀਂ ਕਨਸਟੀਟਿਊਟ ਕਰਦੇ? ਸਾਡੇ ਉੱਥੇ ਰੋਸ ਪ੍ਰਗਟ ਹੋਣੇ ਚਾਹੀਦੇ ਸੀਗੇ, ਉੱਥੇ ਪ੍ਰੋਸੈਸ਼ਨ ਨਿਕਲਣੀਆਂ ਚਾਹੀਦੀਆਂ ਸੀਗੀਆਂ ਕਿ ਵੀ ਸਾਡਾ ਬੋਰਡ ਕਿਉਂ ਨਹੀਂ ਤੁਸੀਂ ਕਰ ਰਹੇ। ਤੁਸੀਂ ਵਿਰੋਧ ਕੀਤਾ ਕਿ ਹਜੂਰ ਸਾਹਿਬ ਦੇ ਵਿੱਚ ਜੋ ਪ੍ਰਬੰਧਕ ਕਮੇਟੀ ਹੈਗੀ ਆ ਜਾਂ ਬੋਰਡ ਬਣਿਆ, ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਨੇ ਖੁਦ ਸਰੋਪੇ ਪਾਤੇ ਉਹਨਾਂ ਦੇ ਗੱਲ ਵਿੱਚ। ਉਹੀ ਤਾਂ ਮੈਂ ਕਹਿ ਰਿਹਾ ਨਾ, ਕਿਉਂਕਿ ਦੇਖੋ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਅਨਫੋਰਚੂਨੇਟਲੀ ਸਿੱਖ ਜਿਹੜਾ ਹੈਗਾ ਨਾ, ਆਪਣੇ ਸਿਧਾਂਤ ਤੋਂ, ਆਪਣੇ ਜਿਹੜਾ ਪ੍ਰਿੰਸੀਪਲ ਹੈ ਨਾ, ਉਹ ਕੰਪਰੋਮਾਈਜ਼ ਕਰਨ ਤੇ ਵੀ ਹੋ ਜਾਂਦੇ ਨੇ। ਕਿਉਂਕਿ ਜੀ ਅਸੀਂ ਸਰਕਾਰ ਨਾਲ ਕੀ ਪੰਗਾ ਲੈਣਾ? ਤੁਸੀਂ ਪੰਗਾ ਨਹੀਂ ਲੈ ਰਹੇ, ਤੁਸੀਂ ਆਪਣਾ ਹੱਕ ਮੰਗ ਰਹੇ ਹੋ, ਤੁਸੀਂ ਸੱਚ ਉੱਤੇ ਪਹਿਰਾ ਦੇ ਰਹੇ ਹੋ, ਤੁਸੀਂ ਆਪਣਾ ਹੱਕ ਤੁਸੀਂ ਸਿੱਖ ਤਾਂ ਬਣੋ। ਗੁਰੂ ਸਾਹਿਬ ਨੇ ਸਾਨੂੰ ਇੱਕ ਆਜ਼ਾਦ ਹਸਤੀ ਬਣਾਈ ਹੈ, ਠੀਕ ਹੈ ਨਾ। ਅਸੀਂ ਉਹ ਚੀਜ਼ ਤਾਂ ਅਸੀਂ ਉਸ ਚੀਜ਼ ਦੇ ਉੱਤੇ ਤਾਂ ਅਸੀਂ ਪੂਰਾ ਪਹਿਰਾ ਦੇ ਦਈਏ। ਅਸੀਂ ਤੇ ਉਸ ਚੀਜ਼ ਦੇ ਉੱਤੇ ਵੀ ਨਹੀਂ ਅਸੀਂ ਤੁਰ ਕੇ ਰਾਜੀ। ਹਾਂ ਜੀ ਸਰਕਾਰ ਨੇ ਕਹਿਤਾ, ਚਲੋ ਜੀ ਛੱਡੋ ਜੀ, ਅਸੀਂ ਸਰਕਾਰ ਦੀ ਗੱਲ ਮੰਨ ਲਈਏ, ਕਿਉਂਕਿ ਕੀ ਪਤਾ ਸਰਕਾਰ ਨੇ ਸਾਡੇ ਤੇ, ਉਹ ਸਰਕਾਰ ਤੁਹਾਨੂੰ ਕੁਝ ਨਹੀਂ ਕਰ ਸਕਦੀ। ਅਗਰ ਤੁਸੀਂ ਸੱਚੇ ਸੁੱਚੇ ਹੋ, ਕੋਈ ਬੰਦਾ ਤੁਹਾਨੂੰ ਕੁਝ ਨਹੀਂ ਕਰ ਸਕਦਾ। ਦੇਖੋ ਕਿਉਂਕਿ ਸੱਚ ਦੀ ਜਿਹੜੀ ਫਤਿਹ ਹੈ ਨਾ, ਉਹ ਤੇ ਲਾਜ਼ਮੀ ਹੈ, ਇਹ ਤੇ ਕੁਦਰਤ ਦਾ ਨਿਯਮ ਹੈ। ਬਟ ਅਸੀਂ ਉਸ ਪਾਸੇ ਅਸੀਂ ਵੀ ਆਪਣੇ ਪਾਸੋਂ ਨਾ ਅਸੀਂ ਥੋੜ੍ਹਾ ਜਿਹਾ ਮੈਂ ਕਹਿੰਦਾ ਕਿ ਅਸੀਂ ਵੀ ਉਸ ਪਾਸੋਂ ਨਾ ਮਤਲਬ ਥੱਲੇ ਪੈ ਗਏ ਹਾਂ ਕਿ ਅਸੀਂ ਵੀ ਕੰਪਰੋਮਾਈਜ਼ਿੰਗ ਨੇਚਰ ਦੇ ਵਿੱਚ ਅਸੀਂ ਆ ਕੇ ਆਪਣੇ ਹੱਕ ਤੋਂ। ਹੁਣ ਜਿੱਦਾਂ ਮਸਕੀਨ ਜੀ ਬੜਾ ਵਧੀਆ ਗੱਲ ਕਹਿੰਦੇ ਸੀਗੇ ਕਿ ਸਿੱਖ ਕਿ ਭਾਈ ਮੇਰਿਓ ਕੰਡੇ ਨੂੰ ਕੰਡਾ ਕਹਿਣਾ ਸ਼ੁਰੂ ਕਰ ਦਿਓ, ਠੀਕ ਹੈ ਨਾ। ਉਹ ਕਹਿੰਦੇ ਸੀਗੇ ਕਿ ਫੁੱਲ ਨੂੰ ਤਾਂ ਬੰਦਾ ਫੁੱਲ ਕਹਿ ਦਿੰਦਾ ਕਿਉਂਕਿ ਉਹਦੇ ਵਿੱਚ ਉਹਦੀ ਪ੍ਰਸ਼ੰਸਾ ਹੁੰਦੀ ਹੈ, ਬਟ ਕੰਡੇ ਨੂੰ ਕੋਈ ਕੰਡਾ ਕਹਿ ਕੇ ਰਾਜੀ ਨਹੀਂ। ਕਹਿੰਦੇ ਤੁਸੀਂ ਕੰਡੇ ਨੂੰ ਕੰਡਾ ਕਹਿ ਰਹੇ ਹੋ, ਤੁਸੀਂ ਉਹਦੀ ਕੋਈ ਨਿੰਦਾ ਨਹੀਂ ਕਰ ਰਹੇ, ਤੁਸੀਂ ਸੱਚ ਬਿਆਨ ਕਰ ਰਹੇ ਹੋ। ਸੋ ਇਹੋ ਜਿਹੀ ਵੀ ਚੀਜ਼ਾਂ ਜਿਹੜੀਆਂ ਨੇ, ਜਿਹੜੇ ਤੁਹਾਨੂੰ ਚੁੱਭਦੀਆਂ ਨੇ, ਇਹਦੇ ਤੋਂ ਤੁਸੀਂ ਰੋਸ਼ ਕਿਉਂ ਨਹੀਂ ਜ਼ਾਹਿਰ ਕਰਦੇ? ਤੁਸੀਂ ਇਕੱਠੇ ਹੋ ਕੇ ਤੁਸੀਂ। ਬਟ ਇਹੀ ਗੱਲ ਹੈਗੀ, ਸਿੱਖ ਜਗਤ ਜਿਹੜਾ ਸਾਡਾ ਹੈਗਾ, ਅਨਫੋਰਚੂਨੇਟਲੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਇੰਨੇ ਵੰਡੇ ਹੋਏ ਹਾਂ। ਅਗਰ ਅਸੀਂ ਇਕੱਠੇ ਹੋ ਜਾਈਏ ਤੇ ਸਰਕਾਰ, ਮਜ਼ਾਲ ਹੈ ਕਿ ਸਰਕਾਰ ਤੁਹਾਡੀ ਗੱਲ ਨਾ ਸੁਣੇ। ਤੁਸੀਂ ਇਕੱਠੇ ਹੋ ਜਾਓ। ਅਗਰ ਸਾਰਾ ਸਿੱਖ ਜਗਤ ਉੱਥੇ ਜਿਹੜਾ ਨੰਦੇੜ ਸਾਹਿਬ ਜਾਂ ਉੱਥੇ ਜਿਹੜੇ ਵੀ ਉੱਥੇ ਆਉਂਦੇ ਨੇ, ਜਾਂ SGPC ਹੀ ਜਿਹੜਾ ਹੈਗਾ, SGPC ਦੇ ਜਿਹੜੇ ਨੁਮਾਇੰਦੇ ਉੱਥੇ ਨਿਯੁਕਤ ਕੀਤੇ ਜਾਂਦੇ ਨੇ, ਜਾਂ ਚੀਫ ਖਾਲਸਾ ਦੀਵਾਨ ਦਾ ਜਿਹੜਾ ਉੱਥੇ ਬੋਰਡ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ, ਜਾਂ ਜਿੱਥੇ ਜੋ ਵੀ ਹੈ, ਅਗਰ ਸਾਰੇ ਅਸੀਂ ਇਕੱਠੇ ਹੋ ਕੇ ਉੱਥੇ ਇਕਜੁੱਟ ਆਵਾਜ਼ ਚੱਕਦੇ ਤਾਂ ਮਜ਼ਾਲ ਹੈ ਕਿ ਵੀ ਸਰਕਾਰ ਨਹੀਂ ਕਰਦੀ। ਹੁਣ ਸਰ ਅੱਗੇ ਹੋਣਾ ਕੀ ਚਾਹੀਦਾ? SGPC ਦੇ ਪ੍ਰਧਾਨ ਧਾਮੀ ਸਾਹਿਬ ਵੀ ਕਹਿ ਰਹੇ ਨੇ ਕਿ ਇਹ ਗਲਤ ਹੋਇਆ, ਤੁਸੀਂ ਕਹਿ ਰਹੇ ਹੋ ਕਿ ਉੱਥੇ ਉਹਨਾਂ ਨੇ ਕੰਪਰੋਮਾਈਜ਼ ਕੀਤਾ ਹੈ। ਜੇ ਇਸ ਤਰੀਕੇ ਦੇ ਨਾਲ ਗੁਰਦੁਆਰਿਆਂ ਵਿੱਚ ਸਰਕਾਰ ਇੰਟਰਫੇਅਰ ਕਰੇਗੀ, ਆਪਣੇ ਫੈਸਲੇ ਥੋਪੇਗੀ, ਕਿੰਨੇ ਪ੍ਰਧਾਨ ਲੱਗਣਾ ਕਿੰਨੇ ਨਹੀਂ ਲੱਗਣਾ, ਫਿਰ ਤਾਂ ਬੜਾ ਕੁਝ ਬਦਲਿਆ ਜਾ ਸਕਦਾ ਕੱਲ੍ਹ ਨੂੰ ਗੁਰਦੁਆਰਿਆਂ ਵਿੱਚ। ਅੱਜ ਇੱਕ ਦਾੜੀ ਕੱਟ ਵਿਅਕਤੀ ਨੂੰ ਲਗਾ ਦਿੱਤਾ ਉੱਥੇ ਪ੍ਰਧਾਨ, ਜੋ ਸਾਬਤ ਸੂਰਤ ਨਹੀਂ ਗਾ ਸਿੱਖੀ ਦੇ ਵਿੱਚ, ਕੱਲ੍ਹ ਨੂੰ ਤਾਂ ਇਹੋ ਜਿਹੇ ਕਈ ਹੋਰ ਨਹੀਂ ਆਵਾਂਗੇ, ਫਿਰ ਕਿਹਨੂੰ ਤੁਸੀਂ ਰੋਕੋਗੇ? ਸਰਕਾਰ ਦੇ ਪ੍ਰਤੀ ਕਿਵੇਂ ਤੁਸੀਂ ਜਾ ਕੇ ਉਹਨੂੰ ਠੱਲ ਪਾ ਲਓਗੇ? ਤਾਂ ਮੈਂ ਕਹਿ ਰਿਹਾ ਨਾ, ਹੁਣ ਜਦੋਂ ਇੱਥੇ ਇਹ ਪੰਜਾਬ ਦੀ ਸਰਕਾਰ ਨੇ ਵੀ ਆ ਜਿਹੜਾ PTC ਦਾ ਬਿੱਲ ਲਿਆਂਦਾ ਸੀਗਾ, ਉਹ ਤੁਸੀਂ ਅਸੀਂ ਵੀ ਸਾਰੇ ਸਮਝਦੇ ਹਾਂ ਕਿ ਵੀ ਜੋ PTC ਕਰ ਰਿਹਾ ਸੀਗਾ, ਜੋ SGPC PTC ਨਾਲ ਕਰ ਰਹੀ ਸੀਗੀ, ਉਹ ਗਲਤ ਸੀਗਾ। ਕੇਂਦਰੀ ਸਿੰਘ ਸਾਹਿਬਾਂ ਨੇ ਪਿਛਲੇ ਸਾਲ ਮਤਲਬ 18 ਮਹੀਨੇ ਪਹਿਲਾਂ ਦੀ ਚਿੱਠੀ ਲਿਖੀ ਹੋਈ ਸੀਗੀ ਇਹਨਾਂ ਨੂੰ ਕਿ ਵੀ ਸਾਰਾ ਉੱਥੇ ਪੂਰੀ ਰਿਪੋਰਟ ਦਿੱਤੀ ਸੀਗੀ, ਠੀਕ ਹੈ ਨਾ। ਉਸ ਬੇਸ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣੀ ਗੱਲਬਾਤ ਕੀਤੀ ਸੀਗੀ। ਪਰ ਠੀਕ ਹੈ, ਤੁਸੀਂ ਇਹ ਜ਼ਰੂਰ ਕਰੋ, ਤੁਸੀਂ ਗਵਰਨਰ ਨੂੰ ਤੁਸੀਂ ਰეკਮੈਂਡ ਕਰ ਸਕਦੇ ਹੋ, ਬਟ ਬਿੱਲ ਪਾਸ ਕਰਨਾ ਉਹ ਕੰਮ ਗਲਤ ਹੈ। ਰეკਮੈਂਡ ਕਰਨਾ ਬਤੌਰ ਸਿੱਖ, ਬਤੌਰ ਕਿ ਵੀ ਅਸੀਂ ਰეკਮੈਂਡ ਕਰਦੇ ਹਾਂ। ਹੁਣ ਜਦੋਂ ਅਸੀਂ ਰეკਮੈਂਡ, ਮੈਂ ਤਾਂ ਕਹਿੰਦਾ ਕਿ ਵੀ ਇਹ ਰეკਮੈਂਡ ਕਿਉਂ ਨਹੀਂ ਕਰਦੇ ਸੈਂਟਰਲ ਸਰਕਾਰ ਨੂੰ ਕਿ ਵੀ ਤੁਸੀਂ SGPC ਦੀ ਇਲੈਕਸ਼ਨ ਕਰਾਓ? ਰეკਮੈਂਡ ਕਰੋ, ਤੁਸੀਂ ਉਹਦੇ ਤੇ ਬਿੱਲ ਨਹੀਂ ਪਾਸ ਕਰ ਸਕਦੇ। ਬਟ ਤੁਸੀਂ ਐਜ਼ ਇਲੈਕਟਿਡ ਗਵਰਨਮੈਂਟ, ਜਦੋਂ ਫੁਲਕੇ ਨੇ ਵੀ ਇੱਥੇ ਗੱਲ ਕੀਤੀ ਸੀ, ਜਦੋਂ ਕੈਪਟਨ ਦੀ ਸਰਕਾਰ ਸੀਗੀ, ਉਸ ਟਾਈਮ ਵੀ ਇਹ ਗੱਲ ਕੀਤੀ ਸੀਗੀ ਕਿ ਵੀ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਵੀ ਤੁਸੀਂ ਇੱਥੇ ਇਲੈਕਸ਼ਨ ਕਰਾਓ। ਸੋ ਤੁਸੀਂ ਰეკਮੈਂਡ ਦੇ ਤਹਿਤ ਤੁਸੀਂ ਕੁਝ ਕਰ ਸਕਦੇ ਹੋ, ਬਟ ਤੁਸੀਂ ਕਹੋਗੇ ਜੀ ਸਰਕਾਰ ਡਾਇਰੈਕਟਲੀ ਦਖਲਅੰਦਾਜ਼ੀ ਦੇਵੇ, ਉਹ ਕੰਮ ਗਲਤ ਹੈ। ਅੱਛਾ, ਹੁਣ ਕੀ ਤਿਆਰ ਰਹਿਣਾ ਚਾਹੀਦਾ? ਹੋਰ ਵੀ ਗੁਰਦੁਆਰੇ ਹੈਗੇ ਨੇ ਇਸ ਦੇਸ਼ ਵਿੱਚ, ਕਿ ਸਰਕਾਰ ਆਪਣੇ ਨਿਯਮ ਗੁਰਦੁਆਰਿਆਂ ਦੇ ਥੋਪੇਗੀ, ਕਿ ਸਿੱਖ ਜਗਤ ਤਿਆਰ ਰਹੇ? ਬਿਲਕੁਲ ਰਹਿਣਾ ਚਾਹੀਦਾ। ਅਗਰ ਤੁਸੀਂ ਸਮਝਦੇ ਹੋ ਕਿ ਵੀ ਸਰਕਾਰ ਦਾ ਕੀ ਮਤਲਬ, ਇਹ ਸਾਡੇ ਗੁਰਦੁਆਰੇ ਨੇ, ਐਂਡ ਲਾਈਕ ਆਈ ਟੋਲਡ ਯੂ, ਜਿੱਥੇ ਅਸੀਂ ਸਮਝਦੇ ਹਾਂ ਕਿ ਅਸੀਂ ਸਾਰਿਆਂ ਨੂੰ ਗਲਵਕੜੀ ਲੈਣ ਦੇ ਵਿੱਚ ਅਸੀਂ
ਤਤਪਰ ਹਾਂ, ਅਸੀਂ ਤਿਆਰ ਹਾਂ, ਇਹ ਗੁਰੂ ਸਾਹਿਬ ਦਾ ਸੰਦੇਸ਼ ਹੈ। ਪਰ ਜਿੱਥੇ ਸੰਸਥਾਵਾਂ ਦੀ ਗੱਲ ਹੁੰਦੀਆਂ ਨੇ ਉੱਥੇ ਆਪਣੇ ਆਪਣੇ ਨਿਯਮ ਹੁੰਦੇ ਨੇ। ਉਹ ਨਿਯਮ ਜਿਹੜਾ ਹੈਗਾ ਉਹਦੇ ਵਿੱਚ ਸਾਬਤ ਸੂਰਤ ਘੱਟੋ ਘੱਟ ਅੱਬਲ ਤਾਂ ਅੰਮ੍ਰਿਤਧਾਰੀ ਸਿੱਖ ਹੀ ਉਹਦੀ ਜਿਹੜੀ ਮੈਨੇਜਮੈਂਟ ਹੈ, ਕਿਉਂਕਿ ਉਹ ਧਾਰਮਿਕ ਸਥਾਨ ਨੇ। ਬਾਕੀ ਵੀ ਸਾਡੇ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਇੱਕ ਪੋਲੀਟੀਕਲ ਚੀਜ਼ ਬਣ ਜਾਂਦੀ ਹੈ, ਸੈਮੀ ਪੋਲੀਟੀਕਲ ਕਹਿ ਲਓ, ਜਾਂ ਇੱਕ ਕੌਮ ਦੀ ਚੀਜ਼ ਬਣ ਜਾਂਦੀ ਹੈ। ਸੋ ਪੰਥ ਤੇ ਕੌਮ ਨੂੰ ਸਾਨੂੰ ਡਿਫਰੈਂਸ਼ੀਏਟ ਕਰਨਾ ਪੈਂਦਾ। ਪੰਥ ਜਿਹੜਾ ਰਸਤਾ ਹੈ ਉਹ ਗੁਰੂ ਸਾਹਿਬ ਦਾ 8 ਬਿਲੀਅਨ ਬੰਦਿਆਂ ਲਈ ਸਾਂਝਾ ਹੈ। ਕੌਮ ਜਿਹੜੀ ਹੈਗੀ ਉਹ ਜਿਹੜੀ ਆਪਣੀ ਇੰਸਟੀਟਿਊਸ਼ਨ ਨੇ ਅਸੀਂ ਸੰਭਾਲਾਂਗੇ। ਕੀ ਕਟਹਿਰੇ ਵਿੱਚ ਨੇ ਹਜੂਰ ਸਾਹਿਬ ਦੇ ਜੋ ਬੋਰਡ ਦੇ ਮੈਂਬਰ ਨੇ ਉਹ ਕਟਹਿਰੇ ਵਿੱਚ ਨੇ? ਕਿ ਹਜੂਰ ਸਾਹਿਬ ਨੂੰ ਜੋ ਦੇਖ ਰੇਖ ਕਰਦੇ ਨੇ ਉਹ ਕਟਹਿਰੇ ਵਿੱਚ ਹੈਗੇ ਨੇ? ਕਿ ਤੁਸੀਂ ਕਿਉਂ ਸਰੋਪੇ ਪਾਏ? ਜੇ ਤੁਹਾਨੂੰ ਪਤਾ ਸੀ ਕਿ ਦਾੜੀ ਕੱਟ ਕੇ ਵਿਅਕਤੀ ਨੂੰ ਪ੍ਰਧਾਨ ਬਣਾਇਆ ਜਾ ਰਿਹਾ, ਕਿਉਂ ਜਾ ਕੇ ਤੁਸੀਂ ਉਹਨੇ ਗੱਲ ਵਿੱਚ ਸਰੋਪੇ ਪਾਉਂਦੇ ਹੋ? ਕਿਉਂ ਤਸਵੀਰਾਂ ਖਿਚਾਉਂਦੇ ਹੋ? ਕਿ ਵਿਰੋਧ ਕੀਤਾ? ਜੇ ਉਹਨਾਂ ਨੇ ਵਿਰੋਧ ਨਹੀਂ ਕੀਤਾ, ਉਹਨਾਂ ਦੇ ਪਿੱਛੇ ਵਜ੍ਹਾ ਕੀ ਹੋ ਸਕਦੀ ਹੈ? ਕਿ ਸਰਕਾਰੀ ਦਬਾਅ ਹੈ ਕੋਈ? ਬਿਲਕੁਲ, ਮੈਂ ਤਾਂ ਕਹਿ ਰਿਹਾ ਉਹ ਸਿੱਖ ਕੰਪਰੋਮਾਈਜ਼ ਕਰ ਜਾਂਦਾ ਨਾ। ਦੇਖੋ ਜਿਹੜੇ ਬੰਦੇ ਉੱਥੇ ਬਣੇ ਨੇ, ਅੱਬਲ ਤਾਂ ਮੈਂ ਉਹਨਾਂ ਦੇ ਪਿਛੋਕੜ ਨੂੰ ਨਹੀਂ ਜਾਣਦਾ, ਬਟ ਉਹ ਲੋਕਲ ਬੰਦੇ ਨੇ ਜਿਹੜੇ ਉੱਥੇ ਐਟਲੀਸਟ ਮੈਂ ਤੇ ਪੁੱਛਾਂ, ਕਿਉਂਕਿ ਉੱਥੇ ਮੇਰੇ ਖਿਆਲ 7-8 ਹੀ ਬੰਦੇ ਸੀਗੇ, ਪਿਛਲੀ ਕਮੇਟੀ 'ਚ ਵੀ ਬਣੇ ਸੀਗੇ, ਪੂਰਾ ਬੋਰਡ ਵੀ ਨਹੀਂ ਇਸ ਤਰ੍ਹਾਂ ਦਾ ਨਿਯੁਕਤ ਹੋਇਆ ਸੀਗਾ। ਹੁਣ ਜੇ ਤਾਂ ਉੱਥੇ SGPC ਦੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਜਾ ਕੇ ਸਰੋਪਾ ਪਾਇਆ, ਤੇ ਫਿਰ ਤਾਂ ਮੈਂ ਧਾਮੀ ਜੀ ਨੂੰ ਪੁੱਛਾਂਗਾ ਕਿ ਵੀ ਦੱਸ ਤੇਰੇ ਬੰਦਿਆਂ ਨੇ ਉੱਥੇ, ਮੈਂ ਸਮਝਦਾ ਉਹਨਾਂ ਨੇ ਸ਼ਾਇਦ ਨਹੀਂ ਕੀਤਾ ਹੋਣਾ, ਠੀਕ ਹੈ ਨਾ। ਹੁਣ ਜਿਹਨਾਂ ਨੇ ਉੱਥੇ ਕੀਤਾ ਉਹ ਲੋਕਲ ਬੰਦੇ ਨੇ। ਲੋਕਲ ਬੰਦੇ ਜਿਹੜੇ ਨੇ ਉੱਥੇ ਭਾਵੇਂ ਬਿਜ਼ਨਸ ਚਲਾਉਂਦੇ ਹੋਣਗੇ, ਭਾਵੇਂ ਕੁਝ ਵੀ ਹੈ। ਸੋ ਲਾਈਕ ਆਈ ਟੋਲਡ ਯੂ, ਸਿੱਖ ਉੱਥੇ ਨਾ ਕੰਪਰੋਮਾਈਜ਼ ਕਰ ਜਾਂਦੇ ਨੇ, ਕੰਪਰੋਮਾਈਜ਼ ਕਰ ਜਾਂਦੇ ਨੇ ਆਪਣੇ ਕੰਮ ਦੇ ਖਾਤਰ, ਆਪਣੇ ਸਵਾਰਥ ਦੀ ਖਾਤਰ। ਫਿਰ ਤੁਸੀਂ ਸੇਵਾ ਨਾ ਕਰੋ। ਅਗਰ ਤੁਸੀਂ ਕੰਪਰੋਮਾਈਜ਼ ਹੀ ਕਰਨਾ ਤਾਂ ਫਿਰ ਤੁਸੀਂ ਸੇਵਾ ਨਾ ਕਰੋ। ਬਟ ਤੁਸੀਂ ਆਪਣੀ ਚੌਧਰਪਣ ਵੀ ਬਣਾਉਣਾ ਚਾਹੁੰਦੇ ਹੋ ਕਿ ਜੀ ਅਸੀਂ ਇਸ ਬੋਰਡ ਦੇ ਮੈਂਬਰ ਵੀ ਹੈਗੇ, ਬਟ ਤੁਸੀਂ ਸਿਧਾਂਤ ਉੱਤੇ ਤੁਸੀਂ ਕੰਪਰੋਮਾਈਜ਼ ਵੀ ਕਰ ਦਿਓਗੇ। ਠੀਕ ਹੈ। ਇਹ ਕਿ ਕੱਲ ਮੈਂ ਸੁਣਿਆ ਸੀਗਾ ਕਿ ਲਾਲਪੁਰਾ ਕਹਿ ਰਿਹਾ ਸੀਗਾ ਇਹਨੂੰ ਜੀ ਲਾਇਆ ਫॉर ਏ ਟੈਂਪਰੇਰੀ ਲਾਇਆ, ਸਿਰਫ ਟੈਂਪਰੇਰੀ ਵੀ ਕਿਉਂ ਲਾਇਆ? ਫਿਰ ਤੁਹਾਨੂੰ ਹੋਰ ਕੋਈ ਬੰਦਾ ਨਹੀਂ ਲੱਭਿਆ? ਯਾਰ ਪ੍ਰਸੀਚੇ ਨੂੰ ਤੁਸੀਂ ਐਕਸਟੈਂਸ਼ਨ ਦੇ ਦਿੰਦੇ, ਐਟਲੀਸਟ ਸਾਬਤ ਸੂਰਤ ਸਿੱਖਤਾ ਸੀਗਾ ਉਹਨੂੰ ਦੇ ਦਿੰਦੇ ਤੁਸੀਂ। ਐਂਡ ਉਸ ਤੋਂ ਮੋਰ ਇੰਪੋਰਟੈਂਟਲੀ ਤੁਸੀਂ ਇਲੈਕਸ਼ਨ ਕਰਾਓ ਉੱਥੇ, ਤੁਸੀਂ ਬੋਰਡ ਨੂੰ ਕਨਸਟੀਟਿਊਟ ਕਰੋ। ਭਾਜਪਾ ਇਸ ਨੂੰ ਠੀਕ ਮੰਨਦੀ ਹੈ। ਲਾਲਪੁਰਾ ਸਾਹਿਬ ਕਹਿੰਦੇ ਪਏ ਸੀ ਕਿ ਜੇ ਲਗਾ ਹੀ ਦਿੱਤਾ ਕਿੱਡੀ ਕੋ ਵੱਡੀ ਗੱਲ ਹੈ, ਉਹ ਪਰਮਾਨੈਂਟ ਨਹੀਂ ਹੈ, ਉਹ ਕੁਝ ਸਮੇਂ ਵਾਸਤੇ ਨੇ ਹਟਾ ਦਿੱਤੇ ਜਾਣਗੇ। ਇਹ ਲਾਲਪੁਰਾ ਸਾਹਿਬ ਕਹਿੰਦੇ ਨੇ। ਤੇ ਦੂਜੇ ਪਾਸੇ ਜੋ ਸੋਸ਼ਲ ਮੀਡੀਆ ਉੱਤੇ ਬਣਿਆ ਹੋਇਆ ਕਿ ਵਾਕਈ RSS ਦਾ ਬੰਦਾ ਹੋ ਜਾਂ ਭਾਜਪਾ ਦਾ, ਇਹ ਸਮੇਂ ਨੈਗੇਟਿਵ ਬਣਿਆ ਜਾ ਰਿਹਾ ਸੋਸ਼ਲ ਮੀਡੀਆ ਤੇ। ਦੇਖੋ, ਮੈਂ ਨਹੀਂ ਕਹਿੰਦਾ ਕਿ ਵੀ ਇਹ ਰੌਤ ਜਿਹੜਾ ਹੈਗਾ ਇਹ IAS ਅਫਸਰ ਹੈ, ਇਹਦਾ ਕੀ ਪੋਲੀਟੀਕਲ ਐਫੀਲੀਏਸ਼ਨ ਹੈ ਮੈਨੂੰ ਨਹੀਂ ਪਤਾ। ਅੱਬਲ ਤੇ IAS ਅਫਸਰ ਦੀ ਕੁਝ ਹੋਣੀ ਨਹੀਂ ਚਾਹੀਦੀ, ਬਟ ਚਲੋ ਹੋ ਸਕਦੀ ਹੈ। ਆਫਟਰ ਆਲ ਹਰ ਇੱਕ ਬੰਦਾ ਇੰਡੀਵਿਜੂਅਲ ਹੈ, ਵੋਟਰ ਹੈ, ਜੋ ਵੀ ਹੈ। ਪਰ ਮੈਂ ਤਾਂ ਕਹਿਣਾ ਕਿ ਆਪਾਂ ਉਸ ਪਾਸੇ ਜਾਈਏ ਨਾ। ਮੈਂ ਤਾਂ ਪਹਿਲੀ ਗੱਲ ਕਹਿ ਰਿਹਾ ਕਿ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉੱਥੇ ਸਿਰਫ ਇੱਕ ਗੈਰ ਸਿੱਖ ਦੇਖਦਾ ਬੰਦਾ ਉੱਥੇ ਨਹੀਂ, ਉੱਥੇ ਕੋਈ ਬੰਦਾ ਸੇਵਾ ਕਰ ਸਕਦਾ। ਹੁਣ ਜਿੱਦਾਂ ਅਸੀਂ ਦਿੱਲੀ ਵੀ ਕਮੇਟੀ ਤੁਸੀਂ ਲੈ ਲਓ, ਉੱਥੇ ਵੀ ਸਿਰਫ ਅੰਮ੍ਰਿਤਧਾਰੀ ਬੰਦੇ ਹੀ ਵੋਟਾਂ ਪਾ ਜਾਂ ਸਾਬਤ ਸੂਰਤ ਸਿੱਖ ਹੀ ਵੋਟਾਂ ਪਾ ਸਕਦੇ ਨੇ। ਪੰਜਾਬ ਦੇ ਵਿੱਚ ਵੀ ਅਸੀਂ ਆਹੀ ਕੰਮ ਕੀਤਾ ਹੈ। ਅਸੀਂ ਤਾਂ ਸਹਿਧਾਰੀਆਂ ਨੂੰ ਵੀ ਕਿਹਾ ਕਿ ਵੀ ਤੁਸੀਂ ਨਹੀਂ ਪਾ ਸਕਦੇ, ਕਿਉਂਕਿ ਇਹ ਸਿੱਖ ਇੰਸਟੀਟਿਊਸ਼ਨ ਹੈ। ਫਿਰ ਨਹੀਂ, ਲਾਲਪੁਰਾ ਸਾਹਿਬ ਜੋ ਭਾਜਪਾ ਵਿੱਚ ਨੇ ਉਹ ਡਿਫੈਂਡ ਕਿਉਂ ਕਰਦੇ ਨੇ? ਉਹ ਕਹਿੰਦੇ ਨੇ ਬਿਲਕੁਲ ਸਹੀ ਹੈ। ਕਿਉਂ ਤੁਸੀਂ ਤਾਂ ਜਿਤਾ ਦੇਵੇਂ ਤੇ? ਕਿਉਂਕਿ ਉਹ ਭਾਜਪਾ 'ਚ ਤੁਸੀਂ ਆਪੇ ਤੇ ਤੁਸੀਂ ਗੱਲ ਕਰਤੀ, ਕਿਉਂਕਿ ਉਹ ਭਾਜਪਾ ਦੇ ਹੈਗੇ। ਉੱਥੇ ਸਰਕਾਰ ਵੀ ਜਿਹੜੀ ਹੈਗੀ ਮਹਾਰਾਸ਼ਟਰ ਦੀ, ਉਹ ਕਿਹਦੀ ਹੈਗੀ? ਤਾਂ ਤੁਸੀਂ ਉਹ ਡਬਲ ਇੰਜਨ ਵਾਲੀ ਜਿਹੜੀ ਗੱਲ ਆਪਾਂ ਕਰਦੇ ਹਾਂ, ਤਾਂ ਉਹੀ ਤਾਂ ਗੱਲ ਹੈਗੀ। ਤਾਂ ਤੁਸੀਂ ਹੁਣ ਅਗਰ ਉਹਨਾਂ ਨੇ ਕਰਤਾ ਤੇ ਉਹ ਤਾਂ ਡਿਫੈਂਡ ਕਰਨਗੇ। ਉਹਨਾਂ ਨੇ ਤੇ ਕਹਿਣਾ ਕਿ ਵੀ ਠੀਕ ਹੋਇਆ, ਸਾਰਾ ਕੁਝ ਠੀਕ ਹੋਇਆ। ਬਟ ਉਹੀ ਮੈਂ ਕਹਿ ਰਿਹਾ, ਦੇਖੋ ਅਸੀਂ ਨਾ, ਅੱਛਾ ਇੱਕ ਸਵਾਲ ਹੈ, ਕੱਲ੍ਹ ਨੂੰ ਭਾਜਪਾ ਪੰਜਾਬ ਵਿੱਚ ਬਣ ਜਾਂਦੀ ਹੈ, SGPC ਦਾ ਜੇ ਨਿਯਮ ਬਦਲ ਦਿੱਤੇ ਗਏ, ਫਿਰ ਕੀ ਕਰੋਗੇ ਉਸ ਸਮੇਂ? ਜੇ ਕੱਲ੍ਹ ਨੂੰ ਭਾਜਪਾ ਆ ਜਾਂਦੀ ਹੈ, ਕੀ ਗੁਰਦੁਆਰਿਆਂ ਵਿੱਚ ਇੱਥੇ ਵੀ ਜਾਊਗੀ ਪੰਜਾਬ 'ਚ? ਨਹੀਂ, ਦੇਖੋ ਜੀ, ਉਹ ਤਾਂ ਮੈਂ ਤਾਂ ਇਹੀ ਗੱਲ ਕਹਿ ਰਿਹਾ, ਉਹ ਤਾਂ ਫਿਰ ਸਾਨੂੰ ਸਿੱਖਾਂ ਨੂੰ ਆਪਣੀ ਜਿਹੜੀ ਸ਼ਕਤੀ ਹੈ ਉਹ ਸਾਨੂੰ ਜ਼ਾਹਿਰ ਕਰਨੀ ਪੈਣੀ ਹੈ। ਸ਼ਾਂਤਮਈ ਤਰੀਕੇ ਨਾਲ, ਜਿੱਦਾਂ ਮਰਜ਼ੀ ਅਸੀਂ ਮੋਰਚੇ ਬਥੇਰੇ ਲਾਏ ਨੇ ਪਿੱਛੇ ਵੀ, ਸ਼ਾਂਤਮਈ ਤਰੀਕੇ ਨਾਲ ਮੋਰਚੇ ਵੀ ਲਗਾਉਣੇ ਪੈਣਗੇ, ਸਾਰਾ ਕੁਝ। ਜੇਕਰ ਸਾਨੂੰ ਇੰਨੀ ਹਨੇਰਗਰਦੀ ਜਿਹੜੀ ਹੈ ਉਹ ਫਿਰ ਸਿੱਖ ਸਹਿਗਾ ਵੀ ਨਹੀਂ। ਉੱਥੇ ਕਿਉਂ ਸਹਿ ਰਹੇ ਨੇ? ਕਿਉਂਕਿ ਉੱਥੇ ਵਿਚਾਰੇ ਮਾਈਨੋਰਿਟੀਜ਼ ਨੇ। ਉਹ ਲਾਈਕ ਆਈ ਟੋਲਡ ਯੂ, ਬਾਹਰ ਦਾ ਜਿਹੜਾ ਸਿੱਖ ਹੈਗਾ ਉਹ ਥੋੜ੍ਹਾ ਜ਼ਿਆਦਾ ਦਬਾਅ ਵਿੱਚ ਹੈਗਾ। ਪੰਜਾਬ ਦੇ ਵਿੱਚ ਜਿਹੜਾ ਸਿੱਖ ਹੈਗਾ ਉਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਜ਼ਿਆਦਾ, ਮਤਲਬ ਜਿਹਨੂੰ ਕਹਿੰਦੇ ਨੇ ਇੰਡੀਪੈਂਡੈਂਟ ਸਮਝਦਾ ਹੈ ਕਿ ਵੀ ਚਲੋ ਮੈਂ ਇੱਥੇ ਕੋਈ ਗੱਲਬਾਤ ਰੱਖ ਸਕਦਾ, ਕਿਉਂਕਿ ਇੱਥੇ ਮੇਰੀ ਥੋੜ੍ਹੀ ਜਿਹੀ ਪੁੱਛ-ਗਿੱਛ ਹੈ। ਹਾਲਾਂਕਿ ਮੈਂ ਇਸ ਗੱਲ ਨਾਲ ਪਹਿਲਾਂ ਵੀ ਮੈਂ ਸਮਝਦਾ ਸੀਗਾ ਕਿ ਵੀ ਪੰਜਾਬੀ ਸੂਬਾ ਨੇ ਸਾਡਾ ਘਾਟ ਕੀਤਾ ਹੈ, ਪਰ ਇਹੋ ਜਿਹੀ ਗੱਲਾਂ ਦੇ ਵਿੱਚ ਦੇਖ ਕੇ ਐਂ ਜਾਪਦਾ ਕਿ ਵੀ ਚਲੋ ਕਿੱਥੇ ਤਾਂ ਸਿੱਖ ਕੋਈ ਮਾੜਾ ਮੋਟਾ ਮੈਜੋਰਿਟੀ ਹੈਗਾ ਜਿੱਥੇ ਕਿ ਉਹਨੂੰ ਇਹੋ ਜਿਹੇ ਅਨਨੈਸੈਸਰੀ ਦਬਾਅ ਹੇਠ ਰਹਿਣ ਦੀ ਇੰਨੀ ਵਿਪਤਾ ਨਹੀਂ ਆਉਂਦੀ। ਬਾਕੀ ਜਿਹੜੇ ਬਾਹਰ ਰਹਿੰਦੇ ਨੇ ਉਹ ਸ਼ਾਇਦ ਇਹ ਦਬਾਅ ਹੇਠਾਂ ਉਹਨਾਂ ਨੂੰ ਰਹਿਣਾ ਪੈਂਦਾ ਹੈ, ਅਤੇ ਤਾਂ ਹੀ ਉਹ ਇਹੋ ਜਿਹੀ ਚੀਜ਼ਾਂ ਸਵੀਕਾਰ ਵੀ ਕਰਦੇ ਨੇ, ਅਤੇ ਆਪਣੀ ਜਿਹੜੀ ਗੱਲ ਉਹਨਾਂ ਦੇ ਮਨਾਂ 'ਚ ਹੁੰਦੀ ਹੈ ਉਹ ਖੁੱਲ੍ਹ ਕੇ ਕਰ ਵੀ ਨਹੀਂ ਸਕਦੇ। ਕੱਲ੍ਹ ਨੂੰ ਪਟਨਾ ਸਾਹਿਬ ਦਾ ਕੋਈ ਨਿਯਮ ਚੇਂਜ ਹੋ ਜਾਂਦਾ, ਗੁਰਦੁਆਰੇ ਦੇ ਵਿੱਚ ਕੋਈ ਦਾੜੀ ਕੱਟ ਪ੍ਰਧਾਨ ਲੱਗ ਜਾਂਦਾ, ਸਰਕਾਰ ਹੋਵੇ ਭਾਜਪਾ ਦੀ,
ਤੇ ਕਿੱਦਾਂ ਦਾ ਐਕਸ਼ਨ ਹੋਣਾ ਚਾਹੀਦਾ ਜਾਂ ਹੋਰ ਵੀ ਦੇਸ਼ ਦੇ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਹੈਗੀ ਇਸ ਸਮੇਂ ਮੌਜੂਦ ਹੈ, ਕੱਲ ਨੂੰ ਉੱਥੇ ਗੁਰਦੁਆਰਿਆਂ ਵਿੱਚ ਹੋਰ ਨਿਯਮ ਚੇਂਜ ਹੋ ਜਾਂਦੇ ਨੇ ਜਾਂ ਸਰਕਾਰ ਕਹਿ ਦਿੰਦੀ ਹੈ ਵੀ ਆਹ ਪ੍ਰਧਾਨ ਨਹੀਂ ਆਹ ਲੱਗਣਾ ਚਾਹੀਦਾ, ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ, ਫਿਰ ਕੀ ਕਰੋਗੇ? ਮੈਂ ਕਿ ਦੇਖੋ ਸਿੱਧੀ ਗੱਲ ਹੈ, ਮੈਂ ਤਾਂ ਕਹਿ ਰਿਹਾ ਨਾ, ਅਸੀਂ ਕਹਿ ਰਹੇ ਹਾਂ ਕਿ ਵੀ ਸਿੱਖ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਆਪਣੀ ਤਾਕਤ ਦਾ ਮਹਿਸੂਸ ਕਰੋ। ਮੈਂ ਇੱਥੇ ਪਹਿਲਾਂ ਵੀ ਕਹਿ ਹਟਿਆ, ਅਸੀਂ ਇੱਥੇ ਹੀ ਕੇਂਦਰੀ ਸਿੰਘ ਸਭਾ ਦੇ ਵਿੱਚ ਭਾਈ ਅਸ਼ੋਕ ਸਿੰਘ ਬਾਗੜਿਆਂ ਦੀ ਕਿਤਾਬ ਤੁਸੀਂ ਵੀ ਆਏ ਸੀਗੇ ਉੱਥੇ ਰਿਲੀਜ਼ ਕੀਤੀ ਸੀਗੀ, ਭਾਰਤ ਦੇ ਵਿੱਚ ਪੰਜਾਬ ਸਿੱਖ ਸਿਆਸਤ ਅਤੇ ਸਿੱਖ, ਤੇ ਸਿੱਟਾ ਹੀ ਨਿਕਲਿਆ ਸੀਗਾ ਕਿ ਤੁਸੀਂ ਇਕੱਠੇ ਹੋ ਜਾਓ, ਸਿੱਖੋਂ ਤੁਸੀਂ ਇਕੱਠੇ ਹੋ ਜਾਓ, ਪੰਜਾਬੀਆਂ ਨੂੰ ਇਕੱਠੇ ਕਰ ਲਓ ਤੇ ਫਿਰ ਹੀ ਤੁਹਾਡੀ ਭਾਰਤ ਦੇ ਵਿੱਚ ਕੋਈ ਬੁੱਕਤ ਹੈ, ਠੀਕ ਹੈ ਨਾ। ਤੇ ਅਸੀਂ ਤਾਂ ਪੰਜਾਬੀਆਂ ਦੇ ਵੀ ਗੱਲ ਕਰਦੇ ਹਾਂ, ਬਟ ਓਕੇ ਚਲੋ, ਕਿਉਂਕਿ ਸਿੱਖ ਆਪਾਂ ਇਸ ਪਾਸੇ ਇਸ ਅੱਜ ਦੀ ਡੇਟ ਦੇ ਵਿੱਚ ਅਸੀਂ ਸਿਰਫ ਸਿੱਖ ਅਦਾਰਿਆਂ ਦੀ ਜਾਂ ਇੰਸਟੀਟਿਊਸ਼ਨ ਦੀ ਗੱਲ ਕਰ ਰਹੇ ਹਾਂ। ਸਿੱਖ ਤੇ ਘੱਟੋ ਘੱਟ ਇਕੱਠਾ ਹੋ ਜਾਏ, ਜਿਹੜੇ ਸਿੱਖਾਂ ਨੂੰ ਉੱਥੇ ਵਿਪਤਾ ਪਈਆਂ ਨੇ, ਅਗਰ ਪੰਜਾਬ ਦਾ ਸਿੱਖ ਉੱਥੇ ਜਾ ਕੇ ਉਹਨਾਂ ਦੀ ਹਾਮੀ ਕਿਉਂ ਨਹੀਂ ਭਰਦਾ? ਜੇ ਅਗਰ ਉਹਨਾਂ ਨੂੰ ਕੋਈ ਵਿਪਤਾ ਪੈਂਦੀ ਹੈ, ਪੰਜਾਬ ਦਾ ਸਿੱਖ ਉੱਥੇ ਜਾ ਕੇ ਕਿਉਂ ਨਹੀਂ ਹਾਮੀ ਭਰਦਾ ਕਿ ਵੀ ਨਹੀਂ ਇਹ ਸਾਡੇ ਸਿੱਖ ਭਰਾ ਨਾਲ ਇੱਥੇ ਹੋ ਰਿਹਾ? ਸੋ ਉਹ ਜਿਹੜੀ ਗੱਲਾਂ ਨੇ ਉਹ ਉਸ ਚੀਜ਼ ਨੇ ਸਾਡੀ ਕੌਮ ਨੂੰ ਵੀ ਠੇਸ ਪਹੁੰਚਾਇਆ। ਅਸੀਂ ਨਾ ਉਹ ਸਿੱਖ, ਅੱਛਾ ਜੀ ਇਹ ਤੇ ਜੀ ਵੈਸਟ ਬੰਗਾਲ ਦਾ ਸਿੱਖ ਹੈ ਜੀ, ਆਪਣੀ ਲੜਾਈ ਆਪ ਲੜੇ, ਕਿਉਂ ਭਾਈ? ਜਿੱਥੇ ਵੀ ਕੋਈ ਵੀ ਇਨਜਸਟਿਸ ਹੈ, ਉਹ ਇਨਜਸਟਿਸ ਦੇ ਨਾਲ ਖੜਨਾ ਸਿੱਖ ਦਾ ਧਰਮ ਹੈ, ਇਹ ਤੇ ਗੁਰੂ ਨੇ ਵੀ ਸਾਨੂੰ ਸਮਝਾਇਆ। ਸੋ ਅਸੀਂ ਆਪਣਿਆਂ ਨਾਲ ਨਹੀਂ ਖੜ ਕੇ ਅਸੀਂ ਰਾਜੀ। ਦੋ ਸੂਬੇ ਹੋ ਗਏ, ਇੱਕ ਪੰਜਾਬ ਇੱਕ ਮਹਾਰਾਸ਼ਟਰ, ਜਿੱਥੇ ਸਰਕਾਰ ਨੇ ਇੰਟਰਫੇਅਰ ਕੀਤੀ ਹੈ, ਇੱਕ ਬਿੱਲ ਆ ਗਿਆ, ਦੂਜੇ ਪਾਸੇ ਸਰਕਾਰ ਨੇ ਦਾੜੀ ਕੱਟ ਵਿਅਕਤੀ ਨੂੰ ਬੋਰਡ ਦਾ ਪ੍ਰਧਾਨ ਲਗਾ ਦਿੱਤਾ। ਇਹ ਦੋ ਹੁਣ ਆਪਣੇ ਕੋਲ ਆ ਗਈਆਂ ਨੇ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਟੇਢੇ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਐਕਟ ਬਦਲ ਸਕਦੀ ਹੈ ਜੋ ਕਾਨੂੰਨ ਦੇ ਦਾਇਰੇ ਵਿੱਚ ਨੇ, ਜੋ ਇਹਨਾਂ ਦੇ ਕੋਲ ਨੇ? ਤੁਸੀਂ ਹੁਣ ਇਹ ਗੱਲ ਕੀਤੀ ਇਲੈਕਸ਼ਨ ਦੀ ਕਿ ਕੇਂਦਰ ਨੇ ਇਲੈਕਸ਼ਨ ਕਰਵਾਉਣੀ ਹੈ, ਪਿਛਲੇ 12-13 ਸਾਲਾਂ ਤੋਂ ਇਲੈਕਸ਼ਨ ਨਹੀਂ, ਕੀ ਇਹ ਮਨ ਵਿੱਚ ਡਰ ਹੈਗਾ ਕਿ ਹੋਰ ਵੀ ਇਹੋ ਜਿਹੇ ਨਿਯਮ ਕਾਨੂੰਨ ਦੇ ਤਹਿਤ ਬਦਲੇ ਜਾ ਸਕਦੇ ਨੇ ਗੁਰਦੁਆਰੇ ਵਿੱਚ? ਦੇਖੋ ਜੀ, ਮੈਂ ਸਿੱਖ ਤੇ ਕਦੀ ਡਰਦਾ ਨਹੀਂ, ਕਿਉਂਕਿ ਜਿੱਦਾਂ ਮੈਂ ਕਹਿ ਰਿਹਾ ਕਿ ਵੀ ਸੱਚ ਨਾਲ ਖੜਨਾ ਸਾਡਾ ਧਰਮ ਹੈਗਾ, ਤੇ ਜਿਹੜੀ ਸੱਚੀ ਗੱਲ ਹੈ ਤੇ ਜਿਹੜੀ ਜਾਇਜ਼ ਗੱਲ ਹੈ ਉਹਦੇ ਨਾਲ ਅਸੀਂ ਖੜਨਾ, ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ। ਉਹ ਕਿਉਂਕਿ ਸੈਂਟਰ ਵੀ ਇਸ ਚੀਜ਼ ਦਾ ਫਾਇਦਾ ਚੱਕਦੀ ਹੈ, ਕਿਉਂਕਿ ਅਸੀਂ ਆਪ ਵੰਡੇ ਹੋਏ ਹਾਂ, ਤੇ ਚਲੋ ਠੀਕ ਹੈ ਆਪਾਂ ਇਹਨਾਂ ਨੂੰ ਮਤਲਬ ਠੀਕ ਹੈ ਨਾ। ਪਰ ਕਹਿਣ ਦਾ ਭਾਵ, ਜਿਹੜੀ ਗੱਲ ਤੁਸੀਂ ਦੂਜੇ ਸੂਬਿਆਂ ਦੀ ਗੱਲ ਕੀਤੀ, ਤੁਸੀਂ ਪਹਿਲਾਂ ਬਿਹਾਰ ਦੀ ਗੱਲ ਕੀਤੀ ਸੀਗੀ, ਇੱਥੇ ਮੈਂ ਤੁਹਾਨੂੰ ਦੱਸ ਸਕਦਾ ਕਿ ਸਾਡਾ ਆਪ ਦਾ ਨਿਤਿਸ਼ ਕੁਮਾਰ ਜੀ ਨਾਲ ਡਾਇਰੈਕਟ ਸੰਪਰਕ ਰਿਹਾ ਜਦੋਂ ਉਹਨਾਂ ਨੇ 350 ਸਾਲਾ ਗੁਰੂ ਸਾਹਿਬ ਦਾ ਮਨਾਇਆ ਉੱਥੇ। ਉਹੋ ਜਿਹਾ ਵਿਅਕਤੀ, ਇਹੋ ਜਿਹੇ ਵਿਅਕਤੀਆਂ ਹੋਣ ਦੇ ਨਾਲ ਮੈਨੂੰ ਤੇ ਐਟਲੀਸਟ ਉੱਕਾ ਵੀ ਮਤਲਬ ਡਾਊਟ ਨਹੀਂ ਹੈ ਕਿ ਉੱਥੇ ਕੋਈ ਦਖਲਅੰਦਾਜ਼ੀ ਨਹੀਂ ਹੋ ਸਕਦੀ ਪਟਨਾ ਸਾਹਿਬ ਦੇ ਤਖਤ ਦੇ ਉੱਤੇ, ਜਦ ਤੱਕ ਸਰਕਾਰੀ ਦਖਲਅੰਦਾਜ਼ੀ, ਜਦ ਤੱਕ ਨਿਤਿਸ਼ ਕੁਮਾਰ ਵਰਗਾ, ਕਿਉਂਕਿ ਉਹ ਜਿੱਦੀ ਸ਼ਰਧਾ ਉਹਦੀ ਹੈ ਨਾ ਗੁਰੂ ਵੱਲ ਜਾਂ ਸਿੱਖਾਂ ਵੱਲ, ਜਿਹੜੀ ਉਹਨਾਂ ਦਾ ਪ੍ਰੇਮ ਭਾਵ ਜੋ ਅਸੀਂ ਦੇਖਿਆ, ਮੇਰਾ ਖਿਆਲ ਹੈ ਕਿ ਉਹਦੇ ਹੁੰਦਿਆਂ ਉੱਥੇ, ਬਾਕੀ ਕੱਲ੍ਹ ਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਕੋਈ ਹੋਰ ਸਰਕਾਰ ਆ ਜਾਏ ਉਹ ਕਰ ਲੈ, ਉਹ ਗੱਲ ਹੋਰ ਹੈ, ਪਰ ਉਹਦੇ ਵਿੱਚ ਫਿਰ ਸਾਨੂੰ ਸਿੱਖ ਜਗਤ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਜਿੱਥੇ ਵੀ ਅਸੀਂ ਸਮਝਦੇ ਹਾਂ ਕਿ ਸਾਡੇ ਨਾਲ ਧੱਕਾ ਹੋ ਰਿਹਾ, ਉੱਥੇ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਆਪਣਾ ਰੋਸ ਜ਼ਾਹਿਰ ਕਰਨਾ ਚਾਹੀਦਾ ਹੈ ਕਿ ਵੀ ਇਹ ਨਹੀਂ ਸਾਨੂੰ ਸਵੀਕਾਰ। ਬਾਕੀ ਜੋ ਮਰਜ਼ੀ ਤੁਸੀਂ ਕਰੀ ਚੱਲੋ ਸਾਨੂੰ, ਬਟ ਸਾਡੀ ਇਹੋ ਜਿਹੀ ਚੀਜ਼ਾਂ ਦੇ ਵਿੱਚ ਦਖਲਅੰਦਾਜ਼ੀ ਅਸੀਂ ਨਹੀਂ ਇਹ ਬਰਦਾਸ਼ਤ ਕਰਾਂਗੇ। ਤੁਸੀਂ ਸਾਡੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ ਗੁਰਪ੍ਰੀਤ ਸਿੰਘ, ਜਿਨ੍ਹਾਂ ਨੇ ਸਿੱਧੀਆਂ ਦੋ ਤਿੰਨ ਗੱਲਾਂ ਸਪਸ਼ਟ ਦੱਸੀਆਂ ਨੇ। ਇੱਕ ਤਾਂ ਇਕੱਠੇ ਹੋਣਾ ਪੈਣਾ, ਦੂਜੀ ਗੱਲ ਹੈ ਕਿ ਜੇ ਪੰਜਾਬ ਤੋਂ ਬਾਹਰ ਸਿੱਖ ਮੌਜੂਦ ਨੇ ਉਹਨਾਂ ਦੀ ਬਾਂਹ ਫੜਨੀ ਪੈਣੀ ਹੈ, ਉਹਨਾਂ ਨਾਲ ਟਾਈ ਅਪ ਕਰਨਾ ਪੈਣਾ, ਡਾਇਲੋਗ ਕਰਨੇ ਪੈਣੇ ਨੇ, ਕੋਈ ਮੁਸੀਬਤ ਆਉਂਦੀ ਹੈ ਤਾਂ ਅਗਲਾ ਸਵਾਲ ਹੈ ਕਿ ਸਿੱਖ ਕਿਉਂ ਸਿੱਖਾਂ ਦੀਆਂ ਸੰਸਥਾਵਾਂ ਦੇ ਉੱਤੇ ਗੁਰਦੁਆਰੇ ਦੇ ਵਿੱਚ ਸਰਕਾਰ ਜੋ ਹੈ ਉਹ ਰੂਲ ਦੇ ਤਹਿਤ ਜਾਂ ਨਿਯਮ ਦੇ ਤਹਿਤ ਨਹੀਂ ਚੱਲਦੀ, ਜੋ ਇੱਕ ਪੈਮਾਨਾ ਬਣਿਆ ਹੋਇਆ ਜੋ ਸਿੱਖੀ ਸਿਧਾਂਤ ਦੇ ਵਿੱਚ ਮੌਜੂਦ ਹੈ, ਸਰਕਾਰ ਉਸ ਉੱਪਰ ਕਿਉਂ ਨਹੀਂ ਚੱਲਦੀ?